ਹੈਲੋ ਫਰੈਂਡਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਅੱਜ ਮੈਂ ਤੁਹਾਨੂੰ ਟਾਸਕ 2 ਕਰਵਾਉਣ ਜਾ ਰਹੀ ਹਾਂ ਰਾਈਟਿੰਗ ਦਾ, ਜਿਸ ਦੇ ਵਿੱਚ ਕੁਝ ਸਾਈਕੋਲੋਜਿਸਟ ਨੇ ਕੀ ਤੁਹਾਨੂੰ ਰეკਮੈਂਡ ਕੀਤਾ ਗਿਆ ਇਸ ਸਟੇਟਮੈਂਟ ਦੇ ਵਿੱਚ, ਮੈਂ ਉਹ ਡਿਸਕਸ ਕਰੂੰਗੀ। ਸੋ ਸਟਾਰਟ ਕਰਦੇ ਹਾਂ ਅੱਜ ਦੀ ਕਲਾਸ। क्वेश्चन है जी, स्टेटमेंट दी गई है, सम साइकोलॉजिस्ट से दैट डूइंग एब्सोल्युटली नथिंग फॉर अ पीरियड ऑफ टाइम ईच डे इज द की टू डिक्रीजिंग स्ट्रेस इन एवरीडे लाइफ। कहते कुछ साइकोलॉजिस्ट की कह रहे हैं, कुछ एक्सपर्ट्स की कह रहे हैं, कहते अगर तुसी कुछ टाइम पीरियड लई फ्री रहने हो अपनी लाइफ दे विच, नथिंग फॉर अ पीरियड ऑफ टाइम, एब्सोल्युटली नथिंग मतलब कि कुछ भी नहीं करते कुछ पीरियड ऑफ टाइम दे विच, तां इस दे नाल तुहाडा स्ट्रैस लैवल की हो जांदा है, कहते ईच डे लाइफ दा डिक्रीज हो जाता है। टू वट एक्सटेंट डू यू एग्री और डिसएग्री। हुण तुसीं इस स्टेटमेंट नाल कहंदे किन्ना क एग्री करदे हो और किन्ना डिसएग्री करदे हो। हुण इहदे विच इह नहीं हैगा तुसीं पार्शली लिखना एक साइड है, ऐसे दोने साइड पॉइंट बनते ने इस ऐसे दे, जां तां तुसीं एग्री जा सकदे हो जां फिर डिसएग्री। पॉइंट दोनों साइड दे ने, ठीक है। बट इसे आपां इहदे विच यही लिखांगे कि नहीं जे फ्री रहिंदे आ लोग, ठीक है, तां उन्हां नूं की हुंदा है, लेजीनेस हुंदी है, ठीक है, कोई एक्टिविटीज़ नहीं करते, वो सगों ज़्यादा डिप्रैशन च जाणगे, ज़्यादा स्ट्रैस होगा, ठीक है। आपां इहदे नाल की करांगे, डिसएग्री। ये वधिया सुजैशन नहीं दिता गया साइकोलॉजिस्ट के द्वारा, ठीक है, एक्सपर्ट्स के द्वारा। ਤਾਂ ਹੁਣ ਇਹਦੇ ਨਾਲ ਆਪਾਂ ਡਿਸਐਗਰੀ ਹੋਵਾਂਗੇ, ਕਿਉਂਕਿ ਜੇ ਉਹ ਫ੍ਰੀ ਰਹਿਣਗੇ ਉਹਨਾਂ ਨੂੰ ਪਹਿਲਾਂ ਹੀ ਉਹ ਸਟ੍ਰੈਸ ਦੇ ਵਿੱਚ ਨੇ। ਅਗਰ ਉਹ ਬਿਲਕੁਲ ਹੀ ਪੀਰੀਅਡ ਆਫ ਟਾਈਮ ਲਈ ਫ੍ਰੀ ਰਹਿ ਗਏ ਦੈਨ ਉਹਨਾਂ ਦੇ ਮਾਈਂਡ ਦੇ ਵਿੱਚ ਕੀ ਆਊਗਾ, ਠੀਕ ਹੈ, ਕੁਝ ਹੋਰ ਆਈਡੀਆਜ਼ ਆਉਣਗੇ ਜੋ ਨਹੀਂ ਠੀਕ ਹੋਣਗੇ, ਠੀਕ ਹੈ। ਜਿਵੇਂ ਕਹਿ ਦਿੱਤਾ ਜਾਂਦਾ ਹੈ, ਐਨ ਐਮਟੀ ਮਾਈਂਡ ਇਜ਼ ਦਾ ਡੈਵਲਸ ਵਰਕਸ਼ਾਪ। ਕਹਿੰਦੇ ਖਾਲੀ ਮਨ ਸ਼ੈਤਾਨ ਦਾ ਘਰ ਹੁੰਦਾ, ਠੀਕ ਹੈ। ਅਗਰ ਉਹ ਵਿਹਲੇ ਰਹਿਣਗੇ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਗਲਤ ਆਈਡੀਆ ਹੀ ਆਉਣਗੇ ਜੋ ਠੀਕ ਨਹੀਂ ਹੋਣਗੇ, ਠੀਕ ਹੈ। ਆਈਡਲ ਦਾ ਮਤਲਬ ਹੀ ਹੁੰਦਾ ਵਿਹਲੇ ਰਹਿਣਾ। ਕਹਿੰਦੇ ਜੇ ਉਹ ਵਿਹਲੇ ਰਹਿਣਗੇ, ਬੀਇੰਗ ਆਈਡਲ ਫॉर ਅ ਪੀਰੀਅਡ ਆਫ ਟਾਈਮ। ਇਹਦੇ ਵਿੱਚ ਹੁਣ ਆਪਾਂ ਸਾਰੇ ਰੀਜ਼ਨ ਡਿਸਕਸ ਕਰਾਂਗੇ ਕਿਉਂ ਵੀ ਮੈਂ ਇਸ ਸਟੇਟਮੈਂਟ ਨਾਲ ਡਿਸਐਗਰੀ ਹੋਈ ਹਾਂ, ਕਿਉਂ ਨਹੀਂ ਉਹਨਾਂ ਨੂੰ ਫ੍ਰੀ ਰਹਿਣਾ ਚਾਹੀਦਾ, ਇਹਦੇ ਨਾਲ ਕਿਉਂ ਉਹਨਾਂ ਨੂੰ ਸਟ੍ਰੈਸ ਨਹੀਂ ਕਹਿੰਦੇ ਘਟੇਗਾ ਨਹੀਂ, ਉਹਨਾਂ ਦਾ ਸਟ੍ਰੈਸ ਸਗੋਂ ਜ਼ਿਆਦਾ ਵੱਧ ਜੂਗਾ, ਸਗੋਂ ਉਹਨਾਂ ਨੂੰ ਹੋਰ ਫਿਜ਼ੀਕਲ ਪ੍ਰੋਬਲਮਸ ਹੋ ਜਾਣਗੀਆਂ, ਠੀਕ ਹੈ, ਉਹਨਾਂ ਦੀ ਹੈਲਥ ਦੇ ਰਿਲੇਟਡ। ਸੋ ਫਸਟ ਪੁਆਇੰਟ ਹੈ, ਕਹਿੰਦੇ ਬੀਇੰਗ ਆਈਡਲ ਫॉर ਅ ਪੀਰੀਅਡ ਆਫ ਟਾਈਮ ਵੁੱਡ ਕ੍ਰੀਏਟ ਲੇਜ਼ੀਨੈਸ ਇਨ ਦਾ ਮਾਸਿਸ। ਕਹਿੰਦੇ ਜੇ ਉਹ ਫ੍ਰੀ ਰਹਿਣਗੇ ਤਾਂ ਉਹਨਾਂ ਦੇ ਵਿੱਚ ਕੀ ਹੋਊਗਾ, ਲੇਜ਼ੀਪੁਣਾ ਆਊਗਾ, ਠੀਕ ਹੈ, ਸੁਸਤੀ ਆਊਗੀ ਉਹਨਾਂ ਦੇ ਵਿੱਚ। ਐਂਡ ਇਹੀ ਜੋ ਐਗਜ਼ਾਮਪਲ ਮੈਂ ਪਹਿਲਾਂ ਦੱਸੀ ਹੈ, ਐਨ ਐਮਟੀ ਮਾਈਂਡ ਇਜ਼ ਦਾ ਡੈਵਲਸ ਵਰਕਸ਼ਾਪ। ਸੋ ਖਾਲੀ ਮਨ ਸ਼ੈਤਾਨ ਦਾ ਘਰ, ਕਹਿੰਦੇ ਉਹਨਾਂ ਦਾ ਉਹ ਹੋ ਜਾਊਗਾ। ਨੈਕਸਟ ਸੈਕਿੰਡ ਪੁਆਇੰਟ, ਇਸੇ ਪੁਆਇੰਟ ਨੂੰ ਐਕਸਪਲੇਨ ਕਰ ਸਕਦੇ ਹੋ ਤੁਸੀਂ, ਬੋਰਿੰਗ ਫॉर ਮੈਨੀ ਪੀਪਲ। ਕਹਿੰਦੇ ਇਹ ਮੈਥਡ ਹੈ ਜਿਹੜਾ ਬਹੁਤ ਲੋਕਾਂ ਦੇ ਲਈ ਬੋਰਿੰਗ ਹੋਊਗਾ, ਕਿਉਂਕਿ ਕਈਆਂ ਨੂੰ ਘਰ ਦੇ ਵਿੱਚ ਰਹਿਣਾ ਬਿਲਕੁਲ ਪਸੰਦ ਨਹੀਂ ਹੁੰਦਾ, ਹੈਂਗ ਆਊਟ ਕਰਨਾ ਹੀ ਪਸੰਦ ਹੁੰਦਾ, ਠੀਕ ਹੈ। ਸੋ ਫॉर ਐਗਜ਼ਾਮਪਲ ਕਹਿੰਦੇ ਡੂਇੰਗ ਸਮ ਐਕਟੀਵਿਟੀਜ਼ ਲਾਈਕ ਮੈਡੀਟੇਸ਼ਨ ਇਨਕਰੀਜ਼ਿਜ਼ ਦਾ ਕੰਸਨਟ੍ਰੇਸ਼ਨ ਆਫ ਮਾਈਂਡ, ਹਾਊਐਵਰ ਬੀਇੰਗ ਆਈਡਲ ਲੀਡਸ ਟੂ ਸਲੀਪੀਨੈਸ। ਕਹਿੰਦੇ ਜੇ ਉਹ ਕੋਈ ਨਾ ਕੋਈ ਐਕਸਰਸਾਈਜ਼ ਕਰਦੇ ਆ, ਲਾਈਕ ਮੈਡੀਟੇਸ਼ਨ ਕਰਦੇ ਆ, ਬਿਲਕੁਲ ਸਿੰਪਲ ਜੀ ਐਕਸਰਸਾਈਜ਼ ਹੁੰਦੀ ਆ, ਉਹਦੇ ਨਾਲ ਕਹਿੰਦੇ ਉਹਨਾਂ ਦਾ ਇੱਕ ਤਾਂ ਕੰਸਨਟ੍ਰੇਸ਼ਨ ਵਧੂਗੀ, ਆਪਾਂ ਇੱਥੇ ਪ੍ਰੈਜ਼ੈਂਸ ਵੀ ਲਿਖ ਸਕਦੇ ਹਾਂ ਕਿ ਉਹਨਾਂ ਦੇ ਪ੍ਰੈਜ਼ੈਂਸ ਆਫ ਮਾਈਂਡ ਵੀ ਇਨਕਰੀਜ਼ ਹੋਊਗੀ। ਪਰ ਜੇ ਉਹ ਖਾਲੀ ਰਹਿਣਗੇ, ਵਿਹਲੇ ਰਹਿਣਗੇ, ਤਾਂ ਇਹਦੇ ਨਾਲ ਕੀ ਹੋਊਗਾ, ਸਲੀਪੀਨੈਸ। ਫॉर ਐਗਜ਼ਾਮਪਲ ਤੁਸੀਂ ਕਿਤੇ ਵਰਕ ਕਰ ਰਹੇ ਹੋ, ਤੁਹਾਨੂੰ 2 ਦਿਨ ਦੀਆਂ ਛੁੱਟੀਆਂ, ਤਾਂ ਤੁਸੀਂ ਵੀ ਇਹੀ ਕਰੋਗੇ, ਸਾਰਾ ਦਿਨ ਸੌਂ ਕੇ ਹੀ ਕੱਢੋਗੇ, ਵਿਹਲੇ ਰਹਿ ਕੇ ਕੱਢੋਗੇ, ਠੀਕ ਹੈ। ਜਾਂ ਤੁਸੀਂ ਕੋਈ ਕਲਾਸਿਸ ਲਗਾ ਰਹੇ ਹੋ, ਤੁਹਾਨੂੰ ਛੁੱਟੀ ਹੈ, ਤਾਂ ਸਾਰਾ ਦਿਨ ਆਪਾਂ ਵੇਸਟ ਕਰ ਦਿੰਦੇ ਹਾਂ। ਪਰ ਇਹ ਐਸੇ ਮੈਂ ਤਾਂ ਪਹਿਲਾਂ ਵੀ ਕਹਿ ਗਈ ਕਿ ਦੋਨੋਂ ਸਾਈਡ ਐਸੇ ਦੇ ਪੁਆਇੰਟ ਬਣਦੇ ਆ, ਬਟ ਜਦੋਂ ਤੁਸੀਂ ਡਿਸਐਗਰੀ ਹੋਗੇ ਤਾਂ ਆਪਾਂ ਸਾਰੇ ਡਿਸਐਗਰੀ ਦੇ ਪੁਆਇੰਟ ਹੀ ਇਸ ਦੇ ਵਿੱਚ ਲਿਖਾਂਗੇ, ਠੀਕ ਹੈ ਜੀ। ਸੋ ਹੁਣ ਨੈਕਸਟ ਪੁਆਇੰਟ ਦੇਖਦੇ ਹਾਂ ਇਹਦੇ ਵਿੱਚ ਹੋਰ ਕੀ ਲਿਖ ਸਕਦੇ ਹਾਂ। ਸੋ ਇਸੇ ਨੂੰ ਹੁਣ ਆਪਾਂ ਨੈਕਸਟ ਕੈਰੀ ਫੋਰਵਰਡ ਕਰਾਂਗੇ ਪੁਆਇੰਟ ਨੂੰ। ਕਹਿੰਦੇ ਇਹਨਾਂ ਦੇ ਬੈਨੀਫਿਟਸ ਘੱਟ ਹੋਣਗੇ, ਬੈਨੀਫਿਟ ਮੇ ਨਾਟ ਬੀ ਪ੍ਰੋਗਰੈਸਿਵ ਐਜ਼ ਐਕਸਪੈਕਟਡ। ਜਿੰਨੇ ਕਹਿੰਦੇ ਤੋਂ ਬੈਨੀਫਿਟ ਸੋਚੇ ਆ ਵੀ ਫ੍ਰੀ ਰਹਿਣ ਨਾਲ ਬੈਨੀਫਿਟ, ਉਨੇ ਕਹਿੰਦੇ ਐਕਸਪੈਕਟੇਸ਼ਨਸ ਨਹੀਂ ਮਿਲਣਗੀਆਂ। ਸੋ ਕਹਿੰਦੇ ਪੀਪਲ ਮੇ entertain unwanted thoughts ਜਾਂ negative thoughts while staying idle। ਕਹਿੰਦੇ ਜਦੋਂ ਲੋਕ ਫ੍ਰੀ ਰਹਿਣਗੇ ਤਾਂ ਉਹਨਾਂ ਦੇ ਦਿਮਾਗ ਦੇ ਵਿੱਚ ਉਹੀ unwanted thoughts ਆਉਣਗੇ, ਜੋ negative thoughts ਆਉਣਗੇ। therefore ਕਹਿੰਦੇ ਇਹਦਾ ਰਿਜ਼ਲਟ ਕੀ ਨਿਕਲੂਗਾ, this will cause more harm than good। ਤਾਂ ਕਹਿੰਦੇ ਇਹਦਾ ਜ਼ਿਆਦਾ ਹਾਰਮ ਹੋਊਗਾ ਨਾ ਕਿ ਇਹਦਾ ਗੁੱਡ ਇੰਪੈਕਟ ਹੋਊਗਾ। ਨੈਕਸਟ ਪੁਆਇੰਟ ਹੈ ਫਰਦਰ ਮੋਰ, ਆਪਾਂ ਇਸੇ ਨੂੰ ਐਲੈਬੋਰੇਟ ਕਰ ਦਾਂਗੇ। ਕਹਿੰਦੇ ਇਸ ਤੋਂ ਇਲਾਵਾ ਫ੍ਰੀ ਰਹਿਣ ਤੋਂ ਇਲਾਵਾ ਬਹੁਤ ਸਾਰੀ ਇੱਦਾਂ ਦੀਆਂ ਐਕਟੀਵਿਟੀਜ਼ ਨੇ ਜਿਹਦੇ ਵਿੱਚ ਲੋਕ ਪਾਰਟਿਸਿਪੇਟ ਕਰਕੇ ਆਪਣਾ ਸਟ੍ਰੈਸ ਲੈਵਲ ਘਟਾ ਸਕਦੇ ਨੇ। ਸੋ ਫਰਦਰ ਮੋਰ ਦੇਰ ਆਰ ਵੇਰੀਅਸ ਵੇਜ਼ ਟੂ ਕੋਪ ਵਿਦ ਮੈਂਟਲ ਸਟ੍ਰੈਸ। ਕਿਹੜੀਆਂ ਕਹਿੰਦੇ
which can deliver not only mental but also physical advantage। ਜਿਹੜੀਆਂ ਕਹਿੰਦੇ ਜੇ ਉਹ ਕਹਿੰਦੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ ਵਿੱਚ ਡੀਲ ਕਰਨਗੇ ਤਾਂ ਉਹਦੇ ਨਾਲ ਉਹਨਾਂ ਦਾ ਇੱਕ ਤਾਂ ਮੈਂਟਲ ਵੀ ਠੀਕ ਹੋਊਗਾ, ਮੈਂਟਲ ਲੈਵਲ, ਐਂਡ ਦੂਸਰਾ ਕਹਿੰਦੇ ਉਹਨਾਂ ਨੂੰ ਫਿਜ਼ੀਕਲੀ ਵੀ ਐਡਵਾਂਟੇਜ ਮਿਲੂਗਾ। ਹੁਣ ਐਕਸਰਸਾਈਜ਼ ਹੋ ਗਿਆ, ਜਿਵੇਂ ਕੋਈ ਸਿੰਪਲ ਯੋਗਾ ਐਕਸਰਸਾਈਜ਼ ਹੋ ਗਈ, ਠੀਕ ਹੈ, ਜਿਮਿੰਗ ਹੋ ਗਿਆ, ਠੀਕ ਹੈ, ਐਂਡ ਕੋਈ ਸਪੋਰਟਸ ਹੋ ਗਏ। ਸੋ ਉਹ ਵੀ ਮੈਂ ਤੁਹਾਨੂੰ ਨੈਕਸਟ ਲਾਸਟ ਪੁਆਇੰਟ ਦੱਸਦੀ ਹਾਂ ਵੀ ਕਿਵੇਂ ਲਿਖਣਾ ਹੈ। ਉਸ ਤੋਂ ਬਾਅਦ ਮੈਂ ਇਸ ਦਾ ਤੁਹਾਨੂੰ ਇੰਟਰੋਡਕਸ਼ਨ ਦੱਸੂਗੀ ਵੀ ਇੰਟਰੋਡਕਸ਼ਨ ਕਿਵੇਂ ਲਿਖ ਸਕਦੇ ਆ। ਓਕੇ, ਨੈਕਸਟ ਪੁਆਇੰਟ ਇਹਦੇ ਵਿੱਚ ਐਡ ਹੋ ਜਾਊਗਾ ਬੀਇੰਗ ਇੰਗੇਜਡ ਇਨ ਐਕਟੀਵਿਟੀਜ਼ ਲਾਈਕ ਸਪੋਰਟਸ ਐਂਡ ਗੇਮਸ ਦੇ ਵਿੱਚ ਕਹਿੰਦੇ ਜੇ ਇੰਗੇਜ ਕਰਨਗੇ। ਫॉर एग्जांपल ਬੂਸਟ ਆਵਰ ਔਰ ਪੀਪਲ ਮੈਂਟਲ ਹੈਲਥ। ਅਪਾਰਟ ਫਰੋਮ दैट ਇਟ ਹੈਲਪਸ them to stay rejuvenated throughout the day। ਅਗਰ ਕਹਿੰਦੇ ਉਹ ਕੋਈ ਨਾ ਕੋਈ ਇਦਾਂ ਦੀ ਐਕਟੀਵਿਟੀਜ਼ 'ਚ ਪਾਰਟ ਕਰਨਗੇ ਤਾਂ ਉਹ ਸਾਰਾ ਦਿਨ ਤਰੋਤਾਜ਼ਾ ਫੀਲ ਕਰਨਗੇ, ਰਿਜੂਵੀਨੇਟ ਰਹਿਣਗੇ। ਇਹਦੇ ਨਾਲ ਉਹਨਾਂ ਨੂੰ ਸਟ੍ਰੈਸ ਵੀ ਨਹੀਂ ਹੋਊਗਾ, ਸਟ੍ਰੈਸ ਲੈਵਲ ਵੀ ਡਿਕਰੀਜ਼ ਹੋਊਗਾ। ਸੋ ਇਹ ਤਾਂ ਸੀ ਸਾਰੇ ਪੁਆਇੰਟ ਜੋ ਕਿ ਤੁਸੀਂ BP1 ਤੇ BP2 ਦੇ ਵਿੱਚ ਲਿਖਣੇ ਆ। ਰੀਜ਼ਨ ਐਕਸਪਲੇਨ ਕਰਤੇ ਆਪਾਂ ਨੇ। ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਇੰਟਰੋਡਕਸ਼ਨ ਲਿਖੂੰਗੀ ਵੀ ਇਹਦੀ ਇੰਟਰੋਡਕਸ਼ਨ ਤੁਸੀਂ ਕੀ ਲਿਖ ਸਕਦੇ ਹੋ, ਐਂਡ ਉਸ ਤੋਂ ਬਾਅਦ ਕੰਕਲੂਜਨ ਆਪਾਂ ਡਿਸਕਸ ਕਰਾਂਗੇ। ਹੁਣ ਇਹਦਾ ਆਪਾਂ ਇੰਟਰੋਡਕਸ਼ਨ ਕਿੱਦਾਂ ਲਿਖ ਸਕਦੇ ਹਾਂ, ਕਹਿੰਦੇ ਸਮ ਐਕਸਪਰਟਸ, ਸਾਈਕੋਲੋਜਿਸਟ ਲਿਖਿਆ, ਸਮ ਸਾਈਕੋਲੋਜੀਕਲ ਐਕਸਪਰਟਸ ਵੀ ਤੁਸੀਂ ਲਿਖ ਸਕਦੇ ਹੋ। ਆਰਗਿਊ ਦੈਟ ਇਨ ਆਰਡਰ ਟੂ ਐਲੀਮੀਨੇਟ ਸਟ੍ਰੈਸ, ਐਲੀਮੀਨੇਟ ਹੁੰਦਾ ਘਟਾਉਣਾ, ਠੀਕ ਹੈ, ਸਟ੍ਰੈਸ ਦਾ ਲੈਵਲ ਡਿਕਰੀਜ਼ ਕਰਨਾ। ਇੱਥੇ ਵਰਡ ਲਿਖਿਆ ਡਿਕਰੀਜ਼, ਇੱਧਰ ਤੁਸੀਂ ਲਿਖ ਦੋਗੇ ਐਲੀਮੀਨੇਟ ਸਟ੍ਰੈਸ ਫਰਮ ਆਵਰ ਡੇਲੀ ਲਾਈਫ। ਇਟ ਇਜ਼ ਬੈਟਰ ਟੂ ਸਪੈਂਡ ਅ ਸਰਟਨ ਅਮਾਊਂਟ ਆਫ ਟਾਈਮ ਵਿਦਾਊਟ ਇੰਗੇजिंग ਐਨੀ ਸੌਰਟ ਆਫ ਐਕਟੀਵਿਟੀਜ਼। ਵਿਦਾਊਟ ਇੰਗੇजिंग मतलब कोई भी एक्टिविटी परफॉर्म ना करना, एनी सॉर्ट ऑफ एक्टिविटीज़, फ्री रहना। सो ये कहते स्ट्रैस लैवल घट जूगा। कुछ एक्सपर्ट्स ने यही आर्ग्यू किया, बट हुण ये एग्री या डिसएग्री, आप सारे पॉइंट डिसएग्री दे कीते तो आप यही कहांगे हाउएवर इट सीम्स दैट दिस सजेशन does not appear to be much productive। much productive ਦਾ ਮਤਲਬ ਇੱਥੇ ਇਹੀ ਸ਼ੋ ਕਰ ਰਿਹਾ ਕਿ ਤੁਸੀਂ ਇੱਥੇ ਡਿਸਐਗਰੀ ਹੋ due to manifold reason, ਜੋ ਕਿ ਇਹਦੇ ਕਹਿੰਦੇ ਬਹੁਤ ਸਾਰੇ ਰੀਜ਼ਨ ਨੇ। ਤੁਸੀਂ ਇੱਥੇ ਇਹ ਵੀ ਲਿਖ ਸਕਦੇ ਹੋ strongly disagree with the mentioned statement, ਠੀਕ ਹੈ, ਵੀ ਮੈਂ ਉੱਪਰ ਦਿੱਤੀ ਸਟੇਟਮੈਂਟ ਨਾਲ ਕੀ ਆ, ਡਿਸਐਗਰੀ ਆ। ਸੋ ਇਹ ਤਾਂ ਤੁਹਾਡੀ ਜਸਟ ਆਪਾਂ ਨੇ ਇਹਨੂੰ ਪੈਰਾਫਰੇਜ਼ ਕੀਤਾ, ਥੋੜਾ ਜਿਹਾ ਐਕਸਪਲੇਨ ਕਰਤਾ, ਇਹ ਤੁਹਾਡੀ ਇੰਟਰੋਡਕਸ਼ਨ ਬਣ ਜੂਗੀ। ਇਸ ਤੋਂ ਬਾਅਦ ਇਹਦਾ ਆਪਾਂ ਕਨਕਲੂਜਨ ਕੀ ਲਿਖ ਸਕਦੇ ਹਾਂ ਉਹ ਮੈਂ ਤੁਹਾਨੂੰ ਦੱਸਦੀ ਹਾਂ। ओके, ਇਹਦਾ ਕਨਕਲੂਜਨ ਕੀ ਨਿਕਲੂਗਾ? ਕਨਕਲੂਜਨ ਆਪਾਂ ਇਹ ਲਿਖਾਂਗੇ ਵਰਕ ਰਿਲੇਟਡ ਸਟ੍ਰੈਸ ਇਜ਼ ਔਨ ਦਾ ਰਾਈਜ਼ ਗਲੋਬਲੀ। ਕਹਿੰਦੇ ਵਰਲਡ ਵਾਈਡ ਕੀ ਹੋ ਰਿਹਾ, ਇਨਕਰੀਜ਼ ਹੋ ਰਿਹਾ ਸਟ੍ਰੈਸ ਲੈਵਲ। ਆਈ ਟੋਟਲੀ ਡਿਸਐਗਰੀ ਵਿਦ ਦਾ ਗਿਵਨ ਸਟੇਟਮੈਂਟ, ਜੋ ਕਹਿੰਦੇ ਸਟੇਟਮੈਂਟ ਦਿੱਤੀ ਹੈ ਮੈਂ ਉਹਦੇ ਨਾਲ ਬਿਲਕੁਲ ਵੀ ਐਗਰੀ ਨਹੀਂ ਆ। ਦੇयर ਆਰ ਬੈਟਰ ਵੇਜ਼ ਟੂ ਕੋਪ ਵਿਦ ਸਟ੍ਰੈਸ। ਇਸ ਤੋਂ ਇਲਾਵਾ ਕਹਿੰਦੇ ਬਹੁਤ ਸਾਰੇ ਹੋਰ ਤਰੀਕੇ ਨੇ ਸਟ੍ਰੈਸ ਨਾਲ ਡੀਲ ਕਰਨ ਦੇ, ਡੀਲ ਵਰਡ ਵੀ ਯੂਜ਼ ਕਰ ਸਕਦੇ ਹੋ। ਹੈਂਸ ਇਨ ਮਾਈ ਓਪੀਨੀਅਨ ਦਿਸ ਸੁਜੈਸ਼ਨ ਇਜ਼ ਨਾਟ ਲਾਈਕਲੀ ਟੂ ਬੀ ਪ੍ਰੋਡਕਟਿਵ। ਇਹ ਕਹਿੰਦੇ ਸਹੀ ਉਹ ਨਹੀਂ ਹੈਗਾ, ਸੁਜੈਸ਼ਨ ਨਹੀਂ ਹੈਗਾ ਵੀ ਇਹਦੇ ਨਾਲ ਸਟ੍ਰੈਸ ਖਤਮ ਹੋ ਜਾਊਗਾ। ਸੋ ਸਾਰੇ ਪੁਆਇੰਟਸ ਮੈਂ ਡਿਸਕਸ ਕਰਤੇ, ਇੰਟਰੋ ਦੱਸਤੀ ਤੁਹਾਨੂੰ, ਠੀਕ ਹੈ ਜੀ, ਤੇ ਇਹਦਾ ਕਨਕਲੂਜਨ ਦੱਸਤਾ। ਤੇ ਹਮੇਸ਼ਾ ਪਹਿਲਾਂ ਪੁਆਇੰਟਸ ਹੀ ਸੋਚਿਆ ਕਰੋ ਵੀ ਸਾਡੇ ਕੋਲ ਕਿਹੜੇ ਪੁਆਇੰਟਸ, ਅਸੀਂ ਕਿਹੜੇ ਪੁਆਇੰਟਸ ਲਿਖ ਸਕਦੇ ਹਾਂ। ਠੀਕ ਹੈ ਫਰੈਂਡਸ, ਇਹ ਸੀ ਆਪਣਾ ਅੱਜ ਦਾ ਟਾਸਕ 2 ਜੋ ਕਿ ਮੈਂ ਤੁਹਾਨੂੰ ਪ੍ਰੋਪਰ ਡਿਸਕਸ ਕਰਾਇਆ। ਮੈਨੂੰ ਆਸ ਹੈ ਕਿ ਤੁਹਾਨੂੰ ਸਮਝ ਜ਼ਰੂਰ ਲੱਗੀ ਹੋਵੇਗੀ। ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਜ਼ਰੂਰ ਕਰਿਓ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਓਕੇ ਫਰੈਂਡਸ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਬਾਏ ਬਾਏ, ਟੇਕ ਕੇਅਰ।